किसान अंदोलन के उपर बीजेपी आगू सुरजीत जियाणी का बयान सामने आया। उन्होंने कहा कि केंद्र ते किसानां विचाले गलबात उत्ते ये वड्डा बयान दिता गया। उन्होंने कहा कि गल जिहड़ी उदों होवेगी जदों किसान यैस और नो तो अगे वधणगे। कानून रद्द करन दी मंग छड्ड देनी चाहिए किसानों ने। गल का जिक्र भी सुरजीत जियाणी ने किया। उन्होंने कहा कि अंदोलन दे विच होईयां मौतां लई किसान आगू खुद जिम्मेवार ने। तो एक तो बाद एक जिहड़ा किते ना किते सुरजीत जियाणी दे वल्लों किसानां नूं ही दोषी ठहराया जा रहा है। उन्होंने कहा कि गल शुरू होवेगी पर गल उदों तक शुरू नहीं जदों तक किसान यैस और नो तो अगे नहीं वध पाउंदे। उन्होंने कहा कि कानून रद्द करन दी ਮੰਗ ਜਿਹੜੀ ਕਿਸਾਨਾਂ ਨੂੰ ਚੱਲਣੀ ਪਵੇਗੀ ਔਰ ਨਾਲ ਹੀ ਜਿਹੜੀ ਅੰਦੋਲਨ ਦੇ ਵਿੱਚ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ ਉਸ ਦੇ ਲਈ ਕਿਸਾਨ ਆਗੂ ਹੀ ਜ਼ਿੰਮੇਵਾਰ ਨੇ। ਤਾਂ ਬੀਜੇਪੀ ਦੇ ਸੀਨੀਅਰ ਆਗੂ ਨੇ ਸੁਰਜੀਤ ਜਿਆਣੀ ਜਿਨ੍ਹਾਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਅੱਜ 11 ਮਹੀਨੇ ਪੂਰੇ ਹੋਣ ਤੇ ਲੈ ਕੇ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਗੱਲਬਾਤ ਪਹਿਲਾਂ ਵੀ ਹੋਈ ਹੈ, ਗੱਲਬਾਤ ਭਵਿੱਖ ਦੇ ਵਿੱਚ ਵੀ ਹੋਏਗੀ ਪਰ जब तक किसान अपनी यस और नो तो अगे नहीं बदलणगे उन्नी देर तक सकारात्मक गलबात पॉसीबल नहीं हो पाएगी। उन्होंने कहा कि कानून रद्द करने की जी मंग है वो किसानों को छड्डनी पवेगी। जेकर अगली कोई रणनीति या फिर ब्योंतबंदी करनी है गलबात के लिए अगे जिहड़े समीकरण तैयार करने। इस तो बिना उन्होंने बोलिया कि जिस तरीके नाल किसानों दी अंदोलन दे विच मौतां होईयां ने तो उस दे लई सरकार नहीं बल्कि किसान आगू खुद ही जिम्मेवार ने। ਅੰਦੋਲਨ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਇਸ ਵੇਲੇ ਭਾਜਪਾ ਕੀ ਸੋਚ ਰਹੀ ਹੈ, ਗੱਲਬਾਤ ਕਰਨ ਦੇ ਲਈ ਸੁਰਜੀਤ ਕੁਮਾਰ ਜੈਨੀ ਮੇਰੇ ਨਾਲ ਨੇ। ਜੈਨੀ ਸਾਹਿਬ, 11 ਮਹੀਨੇ ਹੋ ਗਏ, 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਗਈ। ਜ਼ਿੰਮੇਵਾਰ ਕੌਣ ਹੈ? ਕਿਉਂ ਨਹੀਂ ਗੱਲਬਾਤ ਕੀਤੀ ਜਾ ਰਹੀ? 22 ਜਨਵਰੀ ਨੂੰ ਆਖਰੀ ਗੱਲਬਾਤ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਕੀਤੀ ਗਈ ਸੀ। ਪਹਿਲੀ ਗੱਲ, ਕਿਸਾਨ ਜਥੇਬੰਦੀਆਂ ਬੇਜਿੱਦ ਆਪਣੀ ਜਿੱਦ ਤੇ ਅੜੀ ਹੋਈ ਹੈ। ਕਾਨੂੰਨ ਹੋਲਡ ਹੈ, ਸੁਪਰੀਮ ਕੋਰਟ ਨੇ ਹੋਲਡ ਕਰਤਾ, ਸਟੇ ਦੇਤਾ, ਉਹਦੇ ਬਾਅਦ ਕਾਨੂੰਨ ਤਾਂ ਰਿਹਾ ਹੀ ਨਹੀਂ, ਤਾਂ ਉਹ ਬੇਮਤਲਬ ਦੀ ਬੈਠਣ ਦੀ ਗੱਲ ਹੋ ਗਈ। ਬਾਕੀ ਤੁਸੀਂ ਕਹਿੰਦੇ ਹੋ ਵੀ 700 ਕਿਸਾਨ ਸ਼ਹੀਦ ਹੋ ਗਏ ਜਾਂ ਮੌਤਾਂ ਹੋ ਗਈਆਂ, ਉਹਦਾ ਜ਼ਿੰਮੇਵਾਰ ਕੌਣ ਹੈ? ਉਹਦਾ ਜ਼ਿੰਮੇਵਾਰ ਹੈ ਕਿਸਾਨ ਜਥੇਬੰਦੀਆਂ ਜਿਹੜੀ 32 ਪੰਜਾਬ ਤੋਂ ਲੈ ਕੇ ਗਈਆਂ ਉਹ। ਔਰ ਜ਼ਿੰਮੇਵਾਰ ਕਿਉਂ ਹੈ ਕਿ ਹਾਈ ਕੋਰਟ ਸੁਪਰੀਮ ਕੋਰਟ ਨੇ ਵੀ ਕਹਿਤਾ ਸੀਗਾ ਕਿ ਬਜ਼ੁਰਗ, ਬਿਮਾਰ, ਮਾਤਾਵਾਂ, ਭੈਣਾਂ, ਬੱਚਿਆਂ ਨੂੰ ਇੱਥੇ ਨਾ ਰੱਖਿਆ ਜਾਵੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਸੀ ਇੱਥੇ ਨਾ ਰੱਖਿਆ ਜਾਵੇ। ਸਰਕਾਰ ਤਾਂ ਜ਼ਿੰਮੇਵਾਰ ਉਦੋਂ ਹੋਣੀ ਸੀਗੀ ਜੇ ਸਰਕਾਰ ਕੋਈ ਗੋਲੀ, ਸਿੱਕਾ, ਲਾਠੀ, ਡੰਡਾ ਜੇ ਕਰਦੀ, ਕਿਸੇ ਤਰ੍ਹਾਂ ਦਾ ਕੋਈ ਉਤਪੀੜਨ ਕਰਦੀ। ਸਰਕਾਰ ਨੇ ਤਾਂ ਕੁਝ ਕਿਹਾ ਹੀ ਨਹੀਂ। ਜਿੱਥੇ ਸਰਕਾਰ ਨੇ ਕੁਝ ਕੀਤਾ ਵੀ ਨਹੀਂ। ਕਿਉਂ ਨਹੀਂ ਗੱਲਬਾਤ ਲਈ ਬੁਲਾਇਆ ਜਾ ਰਿਹਾ? 22 ਜਨਵਰੀ ਨੂੰ ਆਖਰੀ ਗੱਲਬਾਤ ਸੀ, 10 ਮਹੀਨੇ ਹੋ ਗਏ। 10 ਮਹੀਨਿਆਂ ਤੋਂ ਕਿਸਾਨ ਵਿਚਾਰਾ ਸੜਕਾਂ ਤੇ ਬੈਠਾ ਹੋਇਆ, ਰੁਲਿਆ ਹੋਇਆ। ਦੇਖੋ ਗੱਲ ਕੀ ਹੈ, ਕਿਸਾਨ ਜਥੇਬੰਦੀਆਂ ਹਰੇਕ ਬੀਜੇਪੀ ਦੇ ਲੀਡਰ ਦੀ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੋ ਮਜ਼ਾਕ ਔਰ ਖਿੱਲੀ ਇਹਨਾਂ ਨੇ ਉਡਾਈ ਹੈ 11 ਮਹੀਨਿਆਂ 'ਚ, ਸੀਰੀਅਸ ਹੋ ਕੇ ਕਦੇ ਕੋਈ ਗੱਲ ਨਹੀਂ ਕੀਤੀ ਇਹਨਾਂ ਨੇ। ਔਰ ਨਾ ਹੀ ਇਸ ਚੀਜ਼ ਨੂੰ ਮੁਕਾਉਣਾ ਇਹ ਚਾਹੁੰਦੇ ਸੀਗੇ। ਸੈਂਟਰ ਸਰਕਾਰ ਨੇ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਕਿ ਵੀ ਜੋ ਤੁਹਾਨੂੰ ਇਹਦੇ ਵਿੱਚ ਲੱਗਦਾ ਆਪਾਂ ਉਹ ਠੀਕ ਕਰ ਲੈਂਦੇ ਹਾਂ, ਔਰ ਜੋ ਇਹਦੇ ਵਿੱਚ ਤੁਸੀਂ ਸੋਧ ਕਰਨੀ ਹੈ ਉਹ ਕਰ ਲਓ। ਇਹ ਕਾਨੂੰਨ ਨਹੀਂ ਹੈ ਕਿ ਇਹ ਕਾਨੂੰਨ ਨਹੀਂ ਹੈ ਕਿ ਵਿਵਸਥਾ ਹੈ, ਉਹਦੇ ਵਿੱਚ ਇੱਕ ਸਹੂਲੀਅਤ ਹੈ। ਤੁਸੀਂ ਮਨ ਕਰਨਾ ਕਰੋ, ਨਾ ਕਰੋ, ਕੋਈ ਕਾਨੂੰਨ, ਕੋਈ ਸਖਤ ਨਹੀਂ ਹੈ। ਫਿਰ ਜੇ ਇਹ ਜੀ ਕਾਨੂੰਨਾਂ ਦੀ ਗੱਲ ਕਰਦੇ ਆ ਪੰਜਾਬ ਦੇ ਲੋਕ, ਤਾਂ ਇਹ ਤਾਂ ਆਲਰੇਡੀ ਪੰਜਾਬ 'ਚ ਪਹਿਲੇ ਕਾਨੂੰਨ ਲਾਗੂ ਸੀ, ਕੰਟਰੈਕਟ ਫਾਰਮਿੰਗ ਦਾ ਸੀ, ਵੱਡੇ ਘਰਾਣਿਆਂ ਨੂੰ ਕੈਪਟਨ ਵੀ, ਉਦੋਂ ਕਿਉਂ ਨਹੀਂ ਵਿਰੋਧ ਕੀਤਾ? ਇਹ ਮਤਲਬ ਸਭ ਨੂੰ ਜਿਹੜੀ ਗੱਲ ਅਸੀਂ ਕਹਿ ਰਹੇ ਸੀ, ਅਸੀਂ ਜੋ ਬੋਲਦੇ ਸੀ ਨਾ, ਅਸੀਂ ਕਹਿੰਦੇ ਇਹਦੇ ਵਿੱਚ ਕਿਸਾਨਾਂ ਦਾ ਝੰਡਾ ਔਰ ਰਾਜਨੀਤੀ ਇਹਦੇ ਵਿੱਚ ਵੜ ਗਈ। ਕਿਸਾਨਾਂ ਦੇ ਝੰਡੇ ਥੱਲੇ ਝੰਡਾ ਕਿਸਾਨਾਂ ਦਾ ਹੋ ਗਿਆ ਔਰ ਸਾਰੀ ਪਾਰਟੀਆਂ ਜਿਹੜੇ ਮੋਦੀ ਵਿਰੋਧੀ ਲੋਕ ਉਹ ਝੰਡੇ ਥੱਲੇ ਹੋ ਗਏ। ਭਾਵੇਂ ਉਹਨਾਂ ਦਾ 36 ਦਾ ਆંકੜਾ ਸੀਗਾ ਪਰ ਮੋਦੀ ਵਿਰੋਧੀ ਉਹ ਝੰਡਾ ਜਿਹੜਾ ਕਾਂਗਰਸੀ ਕਾਂਗਰਸ ਕੀ ਝੰਡਾ ਜਿਹੜਾ ਕਿਸਾਨੀ ਝੰਡੇ ਦੇ ਥੱਲੇ ਆ ਗਏ। ਔਰ ਅਸੀਂ ਕਹੇ ਇਹਦੇ ਵਿੱਚ ਰਾਜਨੀਤੀ ਹੈ। ਫਿਰ ਅਸੀਂ ਕਿਹਾ ਇਹਦੇ ਵਿੱਚ ਕਾਮਰੇਡ ਹੈ। ਅਸੀਂ ਉਦਾਹਰਨ ਵੀ ਦਿੱਤਾ ਵੀ ਇਹ ਕਾਮਰੇਡ ਕਦੇ ਦੇਸ਼ ਦਾ ਭਲਾ ਨਹੀਂ ਚਾਹੁੰਦੇ, ਸੂਬੇ ਦਾ ਭਲਾ ਨਹੀਂ ਚਾਹੁੰਦੇ। ਇਹਨਾਂ ਦੀ ਸੋਚ ਹੋਰ ਹੀ ਹੁੰਦੀ ਹੈ। ਜਿੱਥੇ ਇਹਨਾਂ ਦਾ ਝੰਡਾ ਲੱਗਿਆ, ਜਦੋਂ ਤੱਕ ਉਹ ਬਰਬਾਦ ਨਹੀਂ ਹੁੰਦਾ ਫੈਕਟਰੀ ਕਾਰਖਾਨਾ, ਉਦੋਂ ਤੱਕ ਇਹਨਾਂ ਦਾ ਝੰਡਾ ਨਹੀਂ ਲੈਂਦਾ। ਅੱਜ ਕਿਸਾਨੀ ਨੂੰ ਬਰਬਾਦ ਜਿਹੜੀ ਕਾਮਰੇਡ ਕਰਕੇ ਛੱਡਣਗੇ। ਅੱਜ ਇਹ ਆਪ ਹੀ ਮੰਨਣ ਲੱਗੇ। ਇਹਨਾਂ ਦੇ ਬੁਲਾ ਕਿਉਂ ਨਹੀਂ ਰਹੇ? ਤੁਸੀਂ ਗੱਲਬਾਤ ਲਈ ਬੁਲਾ ਕਿਉਂ ਨਹੀਂ ਰਹੇ? ਗੱਲਬਾਤ ਸ਼ੁਰੂ ਕਰੋ। ਬਾਰ ਬੁਲਾਏ ਔਰ ਇੱਕੋ ਹੀ ਗੱਲ, ਯਸ ਔਰ ਨੋ। ਉੱਥੇ ਜਾ ਕੇ ਮੀਟਿੰਗ 'ਚ ਕੁਰਸੀਆਂ ਮੂੰਹ ਫੋਰ ਕੇ ਬਹਿ ਜਾਣਾ, ਤਖਤੀ 'ਤੇ ਲਿਖਣਾ, ਮੌਨ ਧਾਰ ਕਰ ਲੈਣਾ, ਇਹ ਕੋਈ ਗੱਲਾਂ ਨਹੀਂ ਹੁੰਦੀਆਂ। ਜਦੋਂ ਮੈਂ ਨਹੀਂ ਦੇਖਿਆ ਕਦੀ ਯੂਨੀਅਨ, ਹਮੇਸ਼ਾ ਮੈਂ ਦੇਖੀ ਹੈ 40 ਸਾਲ ਦੀ ਰਾਜਨੀਤੀ ਯੂਨੀਅਨ ਦੇਖੀ ਹੈ। 10 ਮੰਗਾਂ ਮੰਗਦੀਆਂ ਹੈ ਔਰ 7-6 ਪੂਰੀ ਹੋ ਜਾਣ, ਧੰਨਵਾਦ ਕਰਕੇ ਆ ਜਾਂਦੇ। ਐਵੇਂ ਯੂਨੀਅਨ ਕਦੇ ਤੁਸੀਂ ਕਦੋਂ ਬੁਲਾਓਗੇ? ਸਰਕਾਰ ਤਿਆਰ ਹੈ, ਉਹ ਤਾਂ ਕਹਿ ਆ ਜਾਓ। ਯਸ ਔਰ ਨੋ ਦੀ ਗੱਲ ਛੱਡੋ, ਜੋ ਮਰਜ਼ੀ। ਕਿਸਾਨ ਇਹ ਕਹਿ ਰਹੇ ਹੋ ਕਿ 11 ਮਹੀਨੇ ਬਾਅਦ ਵੀ ਕਾਨੂੰਨ ਵਾਪਸ ਨਹੀਂ ਹੋਣਗੇ। ਇਸ ਤੋਂ ਅੱਗੇ ਸੋਧਾਂ ਵਾਲੀ ਗੱਲ ਹੀ ਜਿਹੜੀ ਕਾਨੂੰਨ ਵਾਪਸ ਦੀ ਗੱਲ ਹੁੰਦੀ ਤਾਂ 11 ਮਹੀਨੇ ਲੱਗਦੇ ਹੀ ਕਿਉਂ? ਔਰ ਕਾਨੂੰਨ ਹੈ ਹੀ ਨਹੀਂ। ਕੀ ਹੈ ਕਾਨੂੰਨ? ਮੈਨੂੰ ਦੱਸੋ। ਇੱਕ ਸੁਵਿਧਾ ਹੈ, ਤੁਹਾਨੂੰ ਲੈਣੀ ਲਿਓ ਨਾ ਲਿਓ। ਕੰਟਰੈਕਟ ਫਾਰਮਿੰਗ ਅਸੀਂ ਸਾਡੇ ਤੇ ਦਾਦਾ ਪੜਦਾਦੇ ਕਰਦੇ ਹੁੰਦੇ ਸੀ, ਅਸੀਂ ਠੇਕੇ ਦੇ ਨਾ ਦਿਓ ਨਾ। ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾ ਰਹੇ ਆ,
ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਮੈਂ ਹੱਲ ਕਰਾਉਂਗਾ। ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੱਲ ਕਰਵਾ ਪਾਉਣਗੇ? ਅਮਿਤ ਸ਼ਾਹ ਦੇ ਨਾਲ ਕਈ ਸਾਰੀਆਂ ਮੀਟਿੰਗਾਂ ਪਿਛਲੇ ਦਿਨਾਂ 'ਚ ਹੋਈਆਂ ਨੇ। ਅਸੀਂ ਧੰਨਵਾਦ ਕਰਦੇ ਹਾਂ ਕੈਪਟਨ ਸਾਹਿਬ ਦਾ। ਕੋਈ ਵੀ ਬੰਦਾ ਕਰਾਵੇ, ਕੋਈ ਫੈਸਲਾ ਤਾਂ ਕਰਾਵੇ, ਅੱਛੀ ਗੱਲ ਹੈ। ਜਿੰਨਾ ਦੇਸ਼ ਦਾ, ਸੂਬੇ ਦਾ ਜਿੰਨਾ ਚਲੋ ਨੁਕਸਾਨ, ਧੰਦਾ ਜਿਹੜਾ ਨੁਕਸਾਨ ਹੋਇਆ ਉਹ ਤਾਂ ਚਲੋ ਭਰਪਾਈ ਹੋ ਜਾਏ। ਜਿਹੜਾ ਬੰਦਿਆਂ ਦਾ ਕੋਈ ਨੁਕਸਾਨ ਆਪਾਂ ਕਹਿੰਦੇ ਉਹ ਹੋਇਆ ਜਾਂ ਜਿਹੜੀ ਹੈ ਮਨਾਂ 'ਚ ਫਰਕ ਆ ਗਿਆ, ਭਾਈਚਾਰੇ 'ਚ ਜਿਹੜੀ ਫਰਕ ਆ ਗਈ, ਉਹ ਭਰਪਾਈ ਜਿਹੜੀ ਹੈ ਉਹ ਬੜੀ ਸਾਡੇ ਵਾਸਤੇ ਔਖੀ ਗੱਲ ਹੁੰਦੀ ਹੈ। ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਮਸਲੇ ਦਾ ਹੱਲ ਕਰਵਾ ਪਾਉਣਗੇ ਨਵੀਂ ਪਾਰਟੀ ਬਣਾ ਕੇ? ਦੇਖੋ, ਲੱਗਦਾ ਕਿ ਕੋਸ਼ਿਸ਼ ਅਸੀਂ ਵੀ ਕੀਤੀ ਹੈ ਔਰ ਬੜਾ ਲੋਕਾਂ ਨੇ ਕੋਸ਼ਿਸ਼ ਕੀਤੀ ਹੈ, ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ। ਹੁਣ ਕੈਪਟਨ ਸਾਹਿਬ ਕਹਿੰਦੇ ਮੈਂ ਹੱਲ ਕਰਾਊਂਗਾ ਤਾਂ ਕਰਾ ਦੇਣ, ਅੱਛੀ ਗੱਲ। ਅਸੀਂ ਕਦੋਂ ਕਹਿੰਦੇ ਨਾ ਕਰਾ। ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਾਲ ਅਲਾਈਅੰਸ ਕਰੋਗੇ? ਨਾਲ ਚੱਲੇਗੀ ਬੀਜੇਪੀ? ਜਿਵੇਂ ਪਹਿਲਾਂ ਅਕਾਲੀ ਦਲ ਸੀ, ਹੁਣ 2022 ਦਾ ਟੀਚਾ ਅਗਰ ਬੀਜੇਪੀ ਸੋਚ ਰਹੀ ਹੈ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੱਤਾ 'ਚ ਵਾਪਸੀ ਹੋਏਗੀ? ਅਜੇ ਭਾਰਤੀ ਜਨਤਾ ਪਾਰਟੀ ਤਰਫੋਂ ਕਿਸੇ ਤਰ੍ਹਾਂ ਦਾ ਕੋਈ ਸਾਡੇ ਹਾਈਕਮਾਂਡ ਦਾ ਕੋਈ ਬਿਆਨ ਨਹੀਂ ਅੱਜ ਤੱਕ। ਕੈਪਟਨ ਸਾਹਿਬ ਦਾ ਬਿਆਨ ਆ ਰਿਹਾ ਕਿ ਮੈਂ ਪਾਰਟੀ ਬਣਾਉਂਗਾ ਆਪਦੀ, ਔਰ ਭਾਰਤੀ ਜਨਤਾ ਪਾਰਟੀ ਨਾਲ ਮੈਂ ਅਲਾਈਅੰਸ ਕਰ ਸਕਦਾ, ਮੈਂ ਇਕੱਠਾ ਚੱਲ ਸਕਦਾ। ਜੋ ਵੀ ਬਿਆਨ ਉਧਰੋਂ ਆ ਰਿਹਾ, ਜਦੋਂ ਕੈਪਟਨ ਸਾਹਿਬ ਆਪਦਾ ਨਿਰਣੇ ਲੈ ਲੈਣਗੇ, ਹਾਈਕਮਾਂਡ ਨਾਲ ਸਾਡੇ ਦਿੱਲੀ ਬਹਿ ਜਾਣਗੇ, ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੈ। ਸਾਡੀ ਪਾਰਟੀ ਜੋ ਫੈਸਲਾ ਕਰੇਗੀ। ਕੈਪਟਨ ਅਮਰਿੰਦਰ ਸਿੰਘ ਦਾ ਫਾਇਦਾ ਹੋਏਗਾ, ਉਹਨਾਂ ਦੀ ਪਾਰਟੀ ਦਾ ਫਾਇਦਾ ਹੋਏਗਾ, ਕਿਉਂਕਿ 4.5 ਸਾਲ ਤਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਸਾਧਦੇ ਰਹੇ ਜਦੋਂ ਮੁੱਖ ਮੰਤਰੀ ਸੀਗੇ। ਹੁਣ ਜਦੋਂ ਕਾਂਗਰਸ ਤੋਂ ਵੱਖ ਹੋ ਰਹੇ ਆ, ਨਵੀਂ ਪਾਰਟੀ ਬਣਾ ਰਹੇ ਆ, ਤਾਂ ਬੀਜੇਪੀ ਦੇ ਤੇਵਰ ਬਦਲੇ ਆ, ਉਹਨਾਂ ਨੂੰ ਰਾਸ਼ਟਰਵਾਦ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ। ਪੰਕਜ ਜੀ, ਗੱਲ ਇਹ ਹੈ ਕਿ ਅਸੀਂ ਕੈਪਟਨ ਦਾ ਵਿਰੋਧ ਨਹੀਂ ਕਰਦੇ, ਅਸੀਂ ਕਰਦੇ ਹਾਂ ਕੁਰਸੀ ਦਾ ਵਿਰੋਧ। ਅਸੀਂ ਜਿਹੜੇ ਕੁਰਸੀ ਤੇ ਬੈਠੇ ਨਾ ਉਹਦਾ ਵਿਰੋਧ ਹੁੰਦਾ ਹੈ। ਸਾਡਾ ਵਿਰੋਧ ਹੁੰਦਾ ਹੈ ਕਾਂਗਰਸ ਨਾਲ, ਵਿਅਕਤੀ ਵਿਸ਼ੇਸ਼ ਨਾਲ ਕੋਈ ਵਿਰੋਧ ਨਹੀਂ ਹੁੰਦਾ। ਸਾਡਾ ਵਿਰੋਧ ਹੁੰਦਾ ਹੈ ਵਿਚਾਰ ਦਾ। ਸਾਡੀ ਕੋਈ ਡਾਂਗਾ ਸੋਟਾਂ ਦੀ ਲੜਾਈ ਨਹੀਂ ਹੁੰਦੀ, ਵਿਚਾਰਾਂ ਦੀ ਗੱਲ ਹੁੰਦੀ ਹੈ। ਸਾਡਾ ਵਿਰੋਧ ਹੈ ਕੁਰਸੀ ਦਾ। ਕੋਈ ਕੁਰਸੀ ਤੇ ਬੈਠਾ ਹੈ, ਚੰਨੀ ਬੈਠਾ ਹੈ, ਜੇ ਅੱਛਾ ਕੰਮ ਨਹੀਂ ਅਸੀਂ ਉਹਨਾਂ ਦਾ ਵਿਰੋਧ ਹੈ, ਕੈਪਟਨ ਦਾ ਵਿਰੋਧ ਹੈ। ਪਰ ਕੈਪਟਨ ਦਾ ਸਾਡੀ ਭਾਰਤੀ ਜਨਤਾ ਪਾਰਟੀ ਲੋਕ ਇੱਕ ਗੱਲ ਕਰਕੇ ਇੱਜ਼ਤ ਕਰਦੇ ਆ ਕਿ ਉਹਦੇ ਵਿੱਚ ਕੂਟ ਕੇ ਰਾਸ਼ਟਰਵਾਦਤਾ ਭਰੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਹੁਣ ਕਾਂਗਰਸ ਇਹ ਕਹਿ ਰਹੀ, ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨਾਲ ਮਿਲੇ ਆ, ਭਾਜਪਾ ਨਾਲ ਮਿਲੇ ਆ, ਮਿਲ ਕੇ ਕੰਮ ਕਰ ਰਹੇ ਆ। ਦੇਖੋ, ਇੱਕ ਗੱਲ ਤਾਂ ਹੋ ਗਈ, ਇੱਕ ਨਾ ਫੋਬੀਆ ਹੋ ਗਿਆ ਭਾਰਤੀ ਜਨਤਾ ਪਾਰਟੀ ਨਾਂ ਦਾ ਫੋਬੀਆ। ਔਰ ਤੁਸੀਂ ਇਹ ਦੇਖ ਰਹੇ ਹੋ ਕਿੱਥੇ ਵੀ ਕੋਈ ਗਲਤੀ ਹੋ ਜੇ, ਇਹ ਭਾਰਤੀ ਜਨਤਾ ਪਾਰਟੀ ਨਾਲ ਲੜਿਆ, RSS ਨਾਲ ਲੜਿਆ। ਉਹ ਇੱਕ ਇਹਨਾਂ ਨੇ ਕੋਈ ਨਿਹੰਗ ਸਿੰਘ ਜਿਹੜਾ ਇਹਨਾਂ ਨੇ ਆਪ ਹੀ ਸਰਪਾ, ਉਹ ਕੋਈ ਥੋੜੀ ਗੜਬੜ ਕੀਤੀ, ਇਹ RSS ਦਾ ਬੰਦਾ ਹੈ। ਜੋ ਵੀ ਜਿੱਥੇ ਵੀ, ਮੈਂ ਇੱਥੇ ਕਹਿਦਾ ਤੁਹਾਨੂੰ, ਇਹਨਾਂ ਦੇ ਵਿੱਚ ਕੀ ਹੈ, ਜਿਹੜੇ ਕਾਂਗਰਸ ਦੇ ਕੁਝ ਲੋਕ ਜਿਹੜੇ ਨਾ, ਇਹਨਾਂ ਦੀ ਕੋਈ ਜਨਾਨੀ ਨਾਲ ਝਗੜਾ ਹੋ ਜਾਏ ਨਾ ਤਾਂ ਇਹ ਕਹਿਣਗੇ ਭਾਰਤੀ ਜਨਤਾ ਪਾਰਟੀ ਨਾਲ ਲੜੀ ਹੋਈ ਹੈ। ਇਹਨਾਂ ਨੂੰ ਭਾਰਤੀ ਜਨਤਾ ਪਾਰਟੀ RSS ਪਤਾ ਨਹੀਂ ਕੀ ਨਜ਼ਰ ਆਉਂਦੀ ਹੈ। ਪਰ ਭਾਰਤੀ ਜਨਤਾ ਪਾਰਟੀ ਔਰ RSS ਜਿਹੜੇ ਵਿਚਾਰ ਨੇ ਨਾ, ਅਗਰ ਆਰਾਮ ਨਾਲ ਸੋਚੇ, ਕੋਈ ਕੁਰਸੀ ਦਾ ਲਾਲਚ ਛੱਡ ਕੇ, ਜਿੰਨਾ ਅੱਛਾ ਵਿਚਾਰ ਭਾਰਤੀ ਜਨਤਾ ਪਾਰਟੀ RSS ਦੇ ਹਿੱਤ ਵਿੱਚ ਗੱਲ ਹੈ ਨਾ। ਜਦ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲ ਕੇ 2022 ਚ ਬੀਜੇਪੀ ਸੱਤਾ 'ਚ ਆ ਸਕਦੀ ਹੈ, ਅਲਾਈਅੰਸ ਹੋ ਸਕਦਾ ਹੈ। ਅਕਾਲੀ ਦਲ ਨਾਲ ਪਹਿਲਾਂ ਸੀਗਾ, ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਹੋ ਸਕਦਾ। ਅਸੀਂ ਤਾਂ ਪਹਿਲੇ कहता कि भारतीय जनता पार्टी 117 सीटां जे पंजाब च लड़े, सरकार बनाएगी। सरकार कैप्टन साहब आन नान तब भी सरकार बनाएगी भारतीय जनता पार्टी। ਅਸੀਂ ਐਵੇਂ ਨਹੀਂ ਕਹਿ ਰਹੇ। ਔਰ ਜਿੱਥੇ ਜਿਸ ਸੂਬੇ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ, ਉੱਥੇ ਅਮਨ ਸ਼ਾਂਤੀ ਔਰ ਸੂਬੇ ਨੇ ਤਰੱਕੀ ਕੀਤੀ ਹੈ। ਭਾਵੇਂ ਯੂਪੀ ਦੇਖ ਲਓ, ਗੁਜਰਾਤ ਦੇਖ ਲਓ, ਮੱਧ ਪ੍ਰਦੇਸ਼ ਦੇਖ ਲਓ, ਜੰਮੂ ਦੇਖ ਲਓ, ਸ਼੍ਰੀਨਗਰ ਦੇਖ ਲਓ, ਜਿੱਥੇ ਭਾਰਤੀ ਜਨਤਾ ਪਾਰਟੀ ਆਈ ਹੈ, ਲਾ ਐਂਡ ਆਰਡਰ ਔਰ ਲੋਕਾਂ ਨੂੰ ਇਨਸਾਫ ਮਿਲਿਆ। ਅਰੂਸਾ ਆਲਮ ਨੂੰ ਲੈ ਕੇ ਕਾਂਗਰਸ ਦੇ ਲੀਡਰ ਤਾਂ ਨਿਊਜ਼ 18 ਦੇ ਉੱਪਰ ਬੋਲੇ ਨੇ ਸੁਰਜੀਤ ਜਿਆਣੀ, ਜਿਹੜੇ ਕਿ ਬੀਜੇਪੀ ਦੇ ਸੀਨੀਅਰ ਆਗੂ ਨੇ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਰਵੱਈਆ, ਅਜਿਹੇ ਤਰੀਕੇ ਦੇ ਵਿੱਚ ਸਕਾਰਾਤਮਕ ਗੱਲ ਜਿਹੜੀ ਆ ਉਹ ਨਹੀਂ ਹੋ ਪਾਏਗੀ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਜਿੱਦ ਛੱਡਣੀ ਪਵੇਗੀ, ਕਿਸਾਨਾਂ ਨੂੰ ਯੈਸ ਔਰ ਨੋ ਤੋਂ ਅੱਗੇ ਵਧਣਾ ਪਊਗਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿਚਕਾਰ ਗੱਲਬਾਤ ਜ਼ਰੂਰ ਹੋਵੇਗੀ, ਪਰ ਇਸ ਸਭ ਦੇ ਲਈ ਕਿਸਾਨਾਂ ਨੂੰ ਪਹਿਲਾਂ ਆਪਣਾ ਮਨ ਬਣਾਉਣਾ ਪਵੇਗਾ। ਜੇਕਰ ਕਿਸਾਨ ਇਹ ਜਿੱਦ ਛੱਡ ਦੇਣ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਤਾਂ ਹੀ ਇਹ ਗੱਲ ਪੋਸੀਬਲ ਹੋ ਸਕਦੀ ਹੈ। ਔਰ ਯੈਸ ਨੋ ਤੋਂ ਅੱਗੇ ਵੱਧ ਕੇ ਕਿਸਾਨਾਂ ਨੂੰ ਗੱਲ ਕਰਨੀ ਪਵੇਗੀ। ਔਰ ਜਿਹੜੀਆਂ ਅੰਦੋਲਨ ਦੇ ਦੌਰਾਨ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ, ਉਸ ਦੇ ਲਈ ਸੁਰਜੀਤ ਜਿਆਣੀ ਨੇ ਕਿਹਾ ਕਿ ਕੇਂਦਰ ਸਰਕਾਰ ਨਹੀਂ, ਬਲਕਿ ਜਿਹੜੇ ਕਿਸਾਨ ਆਗੂ ਨੇ ਉਹ ਉਹਨਾਂ ਦੀ ਮੌਤ ਦੇ ਲਈ ਜ਼ਿੰਮੇਵਾਰ ਨੇ। ਤਾਂ